ਤੁਸੀਂ ਸ਼ਾਂਤੀ ਬਣਾ ਕੇ ਰੱਖੋਗੇ। ਉਹ ਬਹਿ ਜਾਓ ਯਾਰ, ਬਹਿ ਜਾਓ ਬਾਈ ਬਣ ਕੇ ਵੀਰੇ, ਬਹਿ ਜਾਓ ਬਹਿ ਜਾਓ। ਉਹ ਗੱਲ ਜਿਹੜੀ ਸਮਝਾਉਣੀ ਹੈ, ਉਹ ਜਿਹੜੀ ਗੱਲ ਖਾਨੇ ਪਾਉਣੀ ਹੈ, ਉਹ ਤਾਂ ਯਾਰ ਸੁਣ ਲਓ। ਫਿਰ ਮੇਰੀ ਗੱਲ ਸੁਣੋ, ਇੱਕ ਸੰਘਰਸ਼ ਹੈ ਜਿਹੜਾ ਉਹ ਸਿਖਰ ਤੇ ਪਹੁੰਚ ਗਿਆ, ਸਿਖਰ ਤੇ। ਫਿਰ ਬਰਗਾੜੀ ਮੋਰਚੇ 'ਚ ਕੀ ਹੋਇਆ ਸੀ? ਫਿਰ ਕਹਿੰਦੇ ਉਹ ਸਾਨੂੰ ਇਨਸਾਫ ਨਹੀਂ ਮਿਲਦਾ। ਫਿਰ ਸੁਣ ਤਾਂ ਲਓ ਯਾਰ, ਕਿਵੇਂ ਇਨਸਾਫ ਮਿਲ ਜੂਗਾ? ਗੱਲ ਆਪਾਂ ਇੰਨੀ ਵੀ ਥੋੜੀ ਜਿਹੀ ਤਾਂ ਸੋਝੀ ਵਰਤੀ ਹੈ ਬਾਈ, ਸੁਣ ਲਓ। ਆਪਾਂ ਉਦਣ ਦੇ ਏਕੇ ਦੀ ਗੱਲ ਕਰਦੇ ਆ। ਕੱਲ ਸਾਡਾ ਏਕਾ ਹੋ ਗਿਆ, ਉਹ ਮੈਂ ਤੁਹਾਨੂੰ ਦੱਸਣ ਆਇਆ। ਚੰਡੀਗੜ੍ਹ ਕਾਨਫਰੰਸ ਸੀਗੀ ਸਾਡੀ, ਭਾਰਤ ਦੀਆਂ 31 ਪੰਜਾਬ ਦੀਆਂ 31 ਕਿਸਾਨ ਜਥੇਬੰਦੀਆਂ ਨਾਲ। ਬਾਈ ਜੀ ਗੱਲ ਬਾਈ ਬਣ ਕੇ ਸੁਣ ਲਓ, ਗੱਲ ਬਹੁਤ ਜ਼ਰੂਰੀ ਆ, ਬਹੁਤ ਜ਼ਰੂਰੀ ਆ, ਗੱਲ ਸੁਣ ਲਓ। ਪਹਿਲਾਂ ਤਾਂ ਜਿੰਨੇ ਵੀ ਸੱਜਣ ਵੀਰ ਇੱਥੇ ਪਹੁੰਚੇ ਨੇ, ਤੁਸੀਂ ਆਪਣੇ ਏਕੇ ਦਾ, ਆਪਣੇ ਹਲਕੇ ਦਾ ਇਕੱਠੇ ਹੋਣ ਦਾ ਸਬੂਤ ਦਿੱਤਾ, ਉਹਦੇ ਲਈ ਤੁਹਾਡਾ ਬਹੁਤ ਧੰਨਵਾਦ ਹੈ। ਦੂਜੀ ਗੱਲ ਇਹ ਹੈ ਕਿ ਇਹ ਲੜਾਈ ਕੱਲੀ ਕਿਸਾਨਾਂ ਦੀ ਜਾਂ ਮਜ਼ਦੂਰਾਂ ਦੀ ਨਹੀਂ ਹੈਗੀ। ਇਹਦੇ 'ਚ ਆੜਤੀਏ ਵੀ ਨੇ, ਇਹਦੇ 'ਚ ਜਿੰਨੇ ਦੁਕਾਨਾਂ ਵਾਲੇ ਨੇ ਸਾਡੇ ਭਰਾ ਉਹ ਵੀ ਨੇ, ਜਿੰਨੇ ਟਰੱਕ ਡਰਾਈਵਰ ਨੇ ਉਹ ਵੀ ਨੇ, ਸਾਰੇ ਹੀ ਰਗੜੇ ਜਾਵਾਂਗੇ। ਇਹ ਬਿੱਲ ਜਿਹੜੇ ਲਾਗੂ ਹੋਏ ਨੇ ਇਹ ਕੱਲੇ ਸਾਡੇ ਕਿਸਾਨਾਂ ਵਾਸਤੇ ਨਹੀਂ ਹੈਗੇ, ਇਹਦੇ 'ਚ ਸਾਰੇ ਹੀ ਆਪਾਂ ਰਗੜੇ ਜਾਵਾਂਗੇ। ਕਿਉਂਕਿ ਆੜਤੀ ਐਸੋਸੀਏਸ਼ਨ ਤੋਂ ਜਿੰਨੇ ਵੀ ਸਾਡੇ ਸੱਜਣ ਪਹੁੰਚੇ ਨੇ, ਉਹਨਾਂ ਨੇ ਵੀ ਆਪਣੇ ਦੁੱਖ ਤੁਹਾਡੇ ਨਾਲ ਸਾਂਝੇ ਕਰਨੇ ਨੇ, ਉਹ ਵੀ ਸਾਨੂੰ ਸਮਰਥਨ ਦੇਣ ਆਏ ਨੇ ਇੱਥੇ। ਸੋ ਆਪਾਂ ਸੁਣ ਲਈਏ ਹੁਣ ਗੱਲ। ਚੰਡੀਗੜ੍ਹ ਕੱਲ ਕੀ ਹੋਇਆ ਸੁਣ ਲਓ। ਸੋ ਕੱਲ ਸਾਰੀਆਂ ਯੂਨੀਅਨਾਂ, ਤੁਹਾਨੂੰ ਪਤਾ ਹੈ ਕਿ ਅੱਜ ਤੱਕ ਕਿਸਾਨ ਯੂਨੀਅਨਾਂ 'ਚ ਏਕਾ ਨਹੀਂ ਹੋਇਆ ਕਦੇ, ਪਰ ਉਹ ਹੁਣ ਇੰਨਾ ਪ੍ਰੈਸ਼ਰ ਹੈ, ਇੰਨਾ ਤੁਹਾਡੀ ਜਵਾਨੀ ਦਾ ਜਿਹੜਾ ਜੋਸ਼ ਹੈ, ਉਹ ਇੰਨੇ ਪ੍ਰੈਸ਼ਰਾਈਜ਼ ਹੋ ਗਏ ਕਿ ਉਹ ਸਾਰੇ ਇੱਕ ਮੰਚ ਤੇ ਇਕੱਠੇ ਹੋ ਗਏ। ਜਿਹੜੇ ਅਸੀਂ ਉਦਣ ਦਾ ਹੋਕਾ ਦਿੰਦੇ ਫਿਰਦੇ ਸੀ ਕਿ ਇੱਕ ਮੰਚ ਤੇ ਆਓ, ਇੱਕ ਮੰਚ ਤੇ ਆਓ, ਉਹ ਆ ਗਏ। ਉਦੋਂ ਬਾਅਦ ਜਿੰਨੀ ਸਾਡੀ ਸਮੂਹ ਪੰਜਾਬੀ ਇੰਡਸਟਰੀ ਹੈ, ਸਮੂਹ ਪੰਜਾਬੀ ਇੰਡਸਟਰੀ ਨੇ ਕਿਸਾਨ ਯੂਨੀਅਨ ਨੂੰ ਆਪਣਾ ਸਮਰਥਨ ਦੇਤਾ। ਕਿਉਂ? ਉਹਦਾ ਕਾਰਨ ਕੀ ਹੈ? ਅਸੀਂ ਹੈਗੇ ਆ ਨੌਜਵਾਨ, ਤੁਸੀਂ ਹੈਗੇ ਹੋ ਨੌਜਵਾਨ, ਤੁਹਾਡੇ 'ਚ ਹੈਗਾ ਜੋਸ਼। ਉਹ ਹੈਗੇ ਨੇ ਸਾਡੇ ਬਜ਼ੁਰਗ, ਉਹ 70 ਸਾਲ ਤੋਂ ਸਾਡੇ ਖੇਤਾਂ ਦੀ ਲੜਾਈ ਲੜਦੇ ਆ ਰਹੇ ਨੇ। ਸੋ ਉਹਨਾਂ ਨੂੰ ਹੋਸ਼ ਹੈ, ਉਹਨਾਂ ਨੇ ਰਣਨੀਤੀਆਂ ਬਣਾ ਕੇ ਸਾਨੂੰ ਦੱਸਣਾ ਕਿ ਅਗਲਾ ਸਾਡਾ ਸਟੈਪ ਕੀ ਹੋਣਾ ਚਾਹੀਦਾ। ਕਿਉਂਕਿ ਤੁਸੀਂ ਸੁਣ ਲਓ ਗੱਲ, 20-22 ਦਿਨ ਹੋ ਗਏ ਸੇਮ ਮਾਹੌਲ ਚੱਲੀ ਜਾਂਦਾ, ਹਰੇਕ ਸ਼ਹਿਰ 'ਚ, ਹਰੇਕ ਮੰਡੀ 'ਚ, ਹਰੇਕ ਮੋੜ ਤੇ ਧਰਨਾ। ਪਰ ਧਰਨੇ ਤੋਂ ਅਗਲਿਆਂ ਨੇ ਤਾਂ ਕੰਮ ਕਰਤਾ ਨਾ ਆਪਣਾ, ਅਗਲਿਆਂ ਨੇ ਤਾਂ ਕਾਨੂੰਨ ਬਣਾਤਾ, ਰਾਸ਼ਟਰਪਤੀ ਤੋਂ ਲਾਗੂ ਵੀ ਕਰਾਤਾ, ਹੁਣ ਤਾਂ ਬਣ ਗਿਆ। ਹੁਣ ਆਪਣੇ ਹਲੇ ਧਰਨੇ ਹੀ ਚੱਲੀ ਜਾਂਦੇ ਨੇ। ਆਪਣੀ ਅਗਲੀ ਰਣਨੀਤੀ ਕੀ ਹੈ? ਸੱਟ ਵੱਜੇ ਤਾਂ ਘੱਟੋ ਘੱਟ ਚੀਜ਼ ਤਾਂ ਪਵੇ ਨਾ। ਆਪਾਂ ਤਾਂ ਇੱਥੇ ਹੀ ਰੌਲਾ ਪਾਈ ਜਾਂਦੇ ਆ ਇਕੱਠੇ ਹੋ ਕੇ ਵੀ ਚੱਕ ਦਿਆਂਗੇ, ਟੰਗ ਦਿਆਂਗੇ, ਮੋਦੀ ਨੂੰ ਐਂ ਕਰ ਦਿਆਂਗੇ। ਗੱਲ ਕੁਛ ਵੀ ਨਹੀਂ ਹੋਣੀ, ਗੱਲ ਕੁਛ ਵੀ ਨਹੀਂ ਹੋਣੀ। ਜਦੋਂ ਤੱਕ ਇੱਕ ਚੰਗੀ ਰਣਨੀਤੀ ਨਹੀਂ ਬਣਾਉਂਦੇ, ਉਦੋਂ ਤੱਕ ਇਹ ਜਿੱਤ ਹਾਸਲ ਨਹੀਂ ਹੋ ਸਕਦੀ। ਸੋ ਅੱਜ ਲੋੜ ਹੈ ਜੋਸ਼ ਦੇ ਨਾਲ। ਪਹਿਲਾਂ ਤਾਂ ਮੈਂ ਤੁਹਾਡੀ ਯਾਰ ਜਵਾਨੀ ਨੂੰ ਮੈਂ ਸਜਦਾ ਕਰਦਾ, ਮੈਨੂੰ ਝੁੱਕ ਕੇ ਪ੍ਰਣਾਮ ਕਰਦਾ ਤੁਹਾਡੇ ਸਾਰੇ ਭਰਾਵਾਂ ਨੂੰ, ਜਿੰਨੀ ਤੁਹਾਡੇ 'ਚ ਜੋਸ਼ ਹੈ, ਜਿੰਨੀ ਤੁਸੀਂ ਕੱਲੇ ਕੱਲੇ ਘਰ ਚੋਂ। ਇਹ ਪਹਿਲੀ ਵਾਰੀ ਹੋਇਆ ਜਿਹੜੀ ਇਹ ਲਹਿਰ ਚੱਲੀ ਹੈ ਕਿ ਜਵਾਨੀ ਇੰਨੇ ਵੱਡੇ ਪੱਧਰ ਤੇ ਸੜਕਾਂ ਤੇ ਨਿਕਲ ਕੇ ਆਈ ਆ ਕਿ ਜਿਹੜੇ ਸਾਨੂੰ ਅੱਜ ਤੱਕ ਇਹੀ ਕਹਿੰਦੇ ਰਹੇ ਨੇ ਵੀ ਚਿੱਟੇ ਨੇ ਖਾ ਲੀਆਂ ਜੀ, ਬਾਹਾਂ 'ਚ ਸਰਿੰਜਾਂ ਲੱਗੀਆਂ ਹੋਈਆਂ ਨੇ, ਸੂਈਆਂ ਲੱਗੀਆਂ ਨੇ, ਸੂਟਿਆਂ ਨੇ ਫੂਕ ਤੇ, ਉਹ ਕਲੰਕ ਅਸੀਂ ਇਸ ਧਰਨੇ ਦੇ ਰਾਹੀਂ ਇਹਨਾਂ ਰੋਸ ਮੁਜ਼ਾਹਰਿਆਂ ਨਹੀਂ ਲਾ ਕੇ ਪਰੇ ਸੱਟਤਾ, ਅਗਲੇ ਦੇ ਮੂੰਹ ਤੇ ਚਪੇੜ ਮਾਰੀ, ਜਵਾਬ ਦੇਤਾ। ਸੋ ਹੁਣ ਇਦੋਂ ਅਗਲਾ ਸਟੈਪ ਕੀ ਹੋਣਾ ਚਾਹੀਦਾ? ਗੱਲ ਉਹਦੇ ਤੇ ਗੌਰ ਕਰੋ। ਉਹਨਾਂ ਨੇ 70 ਸਾਲ ਕੱਢਤੇ ਸਾਡਿਆਂ ਖੇਤਾਂ ਦੀ ਲੜਾਈ ਲੜਦਿਆਂ ਨੇ। ਸੋ ਜਿੰਨੀਆਂ ਵੀ ਦੇਖੋ, ਸਾਰੇ ਕਹਿੰਦੇ ਨੇ ਵੀ ਇੱਕ ਹੋ ਜਾਈਏ, ਇੱਕ ਹੋ ਜਾਈਏ, ਇੱਕ ਹੋ ਜਾਈਏ। ਠੀਕ ਹੈ, ਉਹ ਟਾਈਮ ਆ ਗਿਆ, ਉਹਨਾਂ ਨੇ ਪਹਿਲ ਕੀਤੀ। ਅਸੀਂ ਸਭ ਤੋਂ ਪਹਿਲਾਂ ਸਾਡਾ ਭਾਈਚਾਰਾ ਜਾ ਕੇ ਉਹਨਾਂ ਦੇ ਸਮਰਥਨ 'ਚ ਖੜ ਗਿਆ। ਤੁਸੀਂ ਸਾਡੇ ਵੱਡੇ ਹੋ, ਤੁਸੀਂ ਸਾਡੇ ਅੱਗੇ ਹੋ ਕੇ ਚੱਲੋ, ਅਸੀਂ ਤੁਹਾਡੇ ਪਿੱਛੇ ਲੱਗ ਕੇ ਚੱਲਾਂਗੇ। ਸੋ ਅਗਲੀਆਂ ਜਿਹੜੀਆਂ ਰਣਨੀਤੀਆਂ ਨੇ ਉਹ ਕਿਸਾਨ ਯੂਨੀਅਨ ਵਾਲਿਆਂ ਨੇ ਬਣਾਉਣੀਆਂ ਨੇ ਜੀ। ਉਹ ਇੱਕ ਹੋ ਗਏ, ਆਪਾਂ ਉਹਨਾਂ ਦੇ ਪਿੱਛੇ ਲੱਗਣਾ। ਚਾਹੇ ਉਹ ਰਿਲਾਇੰਸ ਦਾ ਬਾਈਕਾਟ ਹੋਵੇ, ਮੈਂ ਤਾਂ ਕਹਿੰਦਾ ਪ੍ਰੋਪਰ ਉਹ ਕਿਸਾਨ ਯੂਨੀਅਨ ਆ, ਤੁਹਾਨੂੰ ਕਹਿਣ ਨਾ ਕਹਿਣ, ਤੁਸੀਂ ਪੱਤਾ ਹੀ ਕੱਟ ਦੋ, ਰਿਲਾਇੰਸ ਦਾ ਤਾਂ ਕੁਝ ਲੈਣਾ ਹੀ ਨਹੀਂ ਕਦੇ। ਹਾਂ, ਜਿਹੜੇ ਬਾਈ ਨੇ ਗੱਲ ਕੀਤੀ ਆ ਵੀ ਸੈਲੋ ਬਣ ਕੇ ਇਹ ਲੜਾਈ ਲੜਾਂਗੇ, ਬਣੇ ਤਾਂ ਪੰਜਾਬ 'ਚ ਹੀ ਨੇ ਨਾ, ਉਹ ਕੋਈ ਰਾਜੇ ਨਹੀਂ। ਅਸੀਂ ਆਪਣੇ ਖੇਤਾਂ ਦੇ ਰਾਜੇ ਆ, ਅਸੀਂ ਮਾਲਕਾਂ। ਜੇ ਕਿਹਾ ਜਾਂਦਾ ਨਾ ਵੀ ਮਾਲਵੇ ਦੇ ਰਾਜੇ ਬੱਲੀਏ, ਤਾਂ ਉਹ ਰਾਜੇ ਅਸੀਂ ਆਪਣੇ ਖੇਤਾਂ ਕਰਕੇ ਆ, ਹੋਰ ਕਿਸੇ ਕਰਕੇ ਨਹੀਂ ਹੈਗੇ। ਤਾਂ ਫਿਰ ਇਹ ਰਾਜਿਆਂ ਦੇ ਰਾਜ 'ਚ ਆ ਕੇ ਕੋਈ ਕਿਵੇਂ ਸੈਲੋ ਬਣਾ ਜੂਗਾ? ਉਹ ਤਾਂ ਸਾਡੀ ਮਰਜ਼ੀ ਹੈ, ਜਿੱਦਣ ਚਿੱਤ ਕੀਤਾ ਢਾ ਦਿਆਂਗੇ, ਟਰੈਕਟਰ ਪਾੜ ਦਿਆਂਗੇ, ਉੱਥੇ ਲਿਜਾ ਕੇ ਚੜਾ ਦਿਆਂਗੇ ਉਹਨਾਂ ਦੇ ਵਿੱਚ।
ਦਿੱਲੀ ਰੋਕ ਲੈਣਗੇ ਸਾਨੂੰ ਟਰੈਕਟਰ ਬਾੜਨ ਤੋਂ, ਇੱਥੇ ਮੋਗੇ ਤਾਂ ਨਹੀਂ ਰੋਕ ਸਕਦੇ, ਇੱਥੇ ਤਾਂ ਲੈ ਹੀ ਜਾਵਾਂਗੇ। ਪਰ ਗੱਲ ਇਹ ਹੈ ਕਿ ਟਰੈਕਟਰ ਉੱਥੇ ਬਾੜਨ ਨਾਲ ਮਸਲੇ ਦਾ ਹੱਲ ਹੈ ਨਹੀਂ। ਦਿੱਲੀ ਜਾਵਾਂਗੇ, ਕਿੰਨੀਆਂ ਪੰਜਾਬੀ ਸਿਆਸੀ ਪਾਰਟੀਆਂ ਨੇ ਪਹਿਲ ਕਰ ਲਈ ਦਿੱਲੀ ਜਾਣ ਦੀ, ਕਿ ਕੀ ਕਰਦੇ ਆ 5000 ਬੰਦਾ 4000 ਬੰਦਾ ਇਕੱਠਾ ਹੋ ਕੇ ਜਾਂਦਾ, ਉੱਥੋਂ ਸ਼ੰਭੂ ਬੈਰੀਅਰ ਨਹੀਂ ਟੱਪਣ ਦਿੰਦੇ, ਉੱਥੋਂ ਹੀ ਮੋੜ ਦਿੰਦੇ ਨੇ, ਅਗਲੇ ਨਾਲੇ ਪਾ ਦਿੰਦੇ ਨੇ ਪਰਚੇ। ਇਹ ਦਿੱਲੀ ਜਾਣ ਦਾ ਤਾਂ ਫਾਇਦਾ ਜਦੋਂ 10 ਲੱਖ ਬੰਦਾ ਇਕੱਠਾ ਹੋਵੇ, ਉੱਥੇ ਫਿਰ ਦਿੱਲੀ ਜਾਣ ਦੀ ਵੀ ਲੋੜ ਨਹੀਂ। ਜਦੋਂ ਉੱਥੇ ਸ਼ੰਭੂ ਬੈਰੀਅਰ ਤੇ 10 ਲੱਖ ਬੰਦਾ ਇਕੱਠਾ ਹੋ ਗਿਆ, ਉਵੇਂ ਹੀ ਹੱਥ ਜੋੜ ਜਾਣਗੇ ਜਿਹੜੇ ਮੋਦੀ ਜੀ ਕਹਿਣਗੇ ਨਾ, ਮਿੱਤਰੋ ਮਿੱਤਰੋ, ਫਿਰ ਉਹ ਕਹਿਣਗੇ ਵੀ ਗਲਤੀ ਹੋ ਗਈ, ਗਲਤ ਪੰਗਾ ਲੈ ਲਿਆ ਪੰਜਾਬੀਆਂ ਨਾਲ ਜਿਨ੍ਹਾਂ ਨੂੰ ਅੱਜ ਤੱਕ ਇਗਨੋਰ ਹੀ ਰੱਖਿਆ। 2% ਸਾਡੀ ਕੌਮ ਹੈ, ਪੂਰੀ ਦੁਨੀਆ ਤੇ ਰਾਜ ਕਰਦੀ ਹੈ, ਤੇ ਸ਼ਰਮ ਦੀ ਗੱਲ ਇਹ ਆ ਸਾਡੇ ਮੁਲਕ 'ਚ ਜਿਹਨੂੰ ਕਿਹਾ ਜਾਂਦਾ ਕਿ ਹਿੰਦੁਸਤਾਨ ਹੈ, ਸਾਨੂੰ ਸਾਡੇ ਹੱਕ ਨਹੀਂ ਮਿਲਦੇ। ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਤੁਸੀਂ ਕੱਲ ਦੀ ਸਟੇਟਮੈਂਟ ਸੁਣ ਲਓ, ਟਰੂਡੋ ਹੈ, ਉਹ ਸਾਡੀ ਮਾਸੀ ਦਾ ਮੁੰਡਾ ਲੱਗਦਾ, ਉਹਨੇ ਵੀ ਇਹ ਸਟੇਟਮੈਂਟ ਦਿੱਤੀ ਹੈ ਕਿ ਪੰਜਾਬ 'ਚ ਹਿੰਦੁਸਤਾਨ 'ਚ ਕਿਸਾਨਾਂ ਨਾਲ ਧੱਕਾ ਹੋ ਰਿਹਾ ਹੈ। ਟਰੰਪ ਹੈ, ਬਹੁਤ ਗੱਲਾਂ ਤੇ ਸਾਡੀ ਉਹਦੇ ਨਾਲ ਸਹਿਮਤੀ ਨਹੀਂ ਹੋ ਸਕਦੀ, ਸਾਡੇ ਲਈ ਉਹ ਆਪਾਂ ਮੰਨਦੇ ਹਾਂ ਕਿ ਬੜੇ ਉਹ ਸਿਆਸੀ ਮੁੱਦੇ ਨੇ, ਵੱਡੇ ਨੇ, ਅਸੀਂ ਕੋਈ ਲੀਡਰ ਥੋੜੀ ਹੈ। ਬਲਕਿ ਜਿਹੜੀ ਚੀਜ਼ ਗਲਤ ਹੈ, ਅਮਰੀਕਾ ਦੇ ਪ੍ਰੈਜ਼ੀਡੈਂਟ ਨੇ ਵੀ ਇਹ ਗੱਲ ਕਹਿਤੀ ਕਿ ਮੋਦੀ ਸਰਕਾਰ ਹੈ ਕਿਸਾਨਾਂ ਨਾਲ ਧੱਕਾ ਕਰ ਰਹੀ ਹੈ। ਇਹ ਜਿਹੜਾ ਮਾਡਲ ਸਾਡੇ ਤੇ ਲਿਆ ਕੇ ਥੋਪਤਾ, ਇਹ ਅਮਰੀਕਾ ਦਾ ਤੇ ਯੂਰਪ ਦਾ ਫੇਲ ਮਾਡਲ ਹੈ। ਉੱਥੇ ਇਹਨੂੰ ਕਿਸੇ ਨੇ ਬੇਰਾਂ ਵੱਟੇ ਨਹੀਂ ਪੁੱਛਿਆ, ਜਿਹੜਾ ਸਾਡੇ ਤੇ ਲਿਆ ਕੇ ਇਹ ਥੋਪਿਆ ਨਹੀਂ ਗਿਆ। ਅਸਲ 'ਚ ਗੱਲ ਸਮਝੋ ਕੀ ਹੈ, ਬਿਜ਼ਨਸ ਡੀਲਾਂ ਨੇ। ਆ ਮੋਦੀ ਦੀ ਕਿੱਟੀ 'ਚ ਮੋਨੋਪਲੀ 'ਚ ਜਿਹੜੇ ਬੰਦੇ ਨੇ ਨਾ, ਅਡਾਨੀ ਅਬਾਨੀ, ਉਹ ਬਾਬਾ ਰਾਮਦੇਵ ਤੇ ਜਿਹੜਾ ਧੋਤੀ ਪਾ ਕੇ ਭੱਜਿਆ ਸੀਗਾ ਉੱਥੋਂ, ਜਿਹੜਾ ਬੜੇ ਤੁਹਾਡੇ ਹੱਕਾਂ ਦੀਆਂ ਗੱਲਾਂ ਕਰਦਾ, ਆਯੁਰਵੈਦਿਕ ਦੇ ਨਾਂ ਤੇ ਕਿੰਨਾ ਲੱਖਾਂ ਕਰੋੜ ਰੁਪਈਆ ਅੰਦਰ ਕਰ ਗਿਆ। ਮੋਦੀ ਸਰਕਾਰ ਕਹਿੰਦੀ ਸੀ ਆਏ ਸਾਲ 2 ਕਰੋੜ ਨੌਕਰੀ ਤੇ ਕਾਲਾ ਧਨ ਲੈ ਕੇ ਆਵਾਂਗੇ। ਕਾਲਾ ਧਨ ਤਾਂ ਵਿਜੇ ਮਾਲਿਆ, ਨੀਰਵ ਮੋਦੀ ਜਿਹੜਾ ਸੀਗਾ ਸਾਡੇ ਕੋਲ, ਉਹ ਵੀ ਲੈ ਕੇ ਉੱਥੇ ਜਾ ਵੜੇ। ਉਹਨਾਂ ਦਾ ਕੀ ਪੱਟ ਲਿਆ ਉਹਨਾਂ ਨੇ? ਫਿਰ ਅੱਜ ਤੱਕ ਕਦੇ ਮੋਦੀ ਜੀ ਨੇ ਇਹ ਗੱਲ ਕੀਤੀ ਹੈ? ਜਿਹੜਾ ਮੈਨੀਫੈਸਟੋ ਸੀ ਉਹਦੇ 'ਚ ਕਿਹਾ ਗਿਆ ਸੀ ਕਿ ਕਾਲਾ ਧਨ ਲੈ ਕੇ ਆਵਾਂਗੇ, ਕਿੱਥੇ ਹੈ? ਸਾਨੂੰ ਤਾਂ ਨਹੀਂ ਦਿਖਦਾ। ਈਵਨ ਕੀ ਹੁਣ ਕੀ ਹੋਇਆ, ਪੰਜਾਬ ਨੂੰ ਅੱਜ ਤੱਕ ਵਿਤਕਰਾ ਕੀਤਾ ਗਿਆ, ਤੁਹਾਨੂੰ ਸਾਰਿਆਂ ਨੂੰ ਪਤਾ। ਇਹ ਗੱਲ ਕੀ ਹੈ, ਹਿੰਦੁਸਤਾਨ ਦਾ ਜਿਹੜਾ ਝੰਡਾ ਹੈ ਉਹ ਵੱਖ-ਵੱਖ ਭਿੰਨਤਾਵਾਂ ਦਾ ਝੰਡਾ ਹੈ। ਉਹਦੇ 'ਚ ਹਰਾ ਰੰਗ ਵੀ ਆ, ਉਹਦੇ 'ਚ ਚਿੱਟਾ ਰੰਗ ਵੀ ਆ, ਉਹਦੇ 'ਚ ਵੱਖ-ਵੱਖ ਰੰਗ ਨੇ। ਉਹਦਾ ਜਿਹੜਾ ਚੱਕਰ ਹੈ ਉਹ ਪੂਰੇ ਭਾਰਤ ਦੀ ਸੱਭਿਅਤਾ ਨੂੰ ਦਰਸਾਉਂਦਾ ਹੈ। ਇਹ ਗੱਲ ਹੁਣ ਸੁਣ ਲਿਓ, ਧਿਆਨ ਨਾਲ ਸੁਣਨ ਵਾਲੀ ਹੈ। ਇਹਦੇ 'ਚ ਕੀ ਕਰ ਰਹੀ ਹੈ ਕੇਂਦਰ ਦੀ ਸਰਕਾਰ? ਉਹ ਝੰਡੇ ਦੇ ਗੱਬੇ ਜਿਹੜਾ ਕੇਂਦਰ ਬਿੰਦੂ ਹੈ ਨਾ, ਉਹ ਕੱਟ ਕੇ ਉੱਥੇ ਰਿਲਾਇੰਸ ਦਾ ਲੋਗੋ ਲਾਉਣ ਨੂੰ ਫਿਰਦੀ ਹੈ ਵੀ ਇਹ ਰਿਲਾਇੰਸ ਇੰਡੀਆ ਹੈ, ਇਹ ਹਿੰਦੁਸਤਾਨ ਨਹੀਂ ਹੈਗਾ। ਸਤਿ ਸ੍ਰੀ ਅਕਾਲ। ਸੋ ਵੀਰੋ, ਇਹ ਅਸੀਂ ਕਦੇ ਹੋਣ ਨਹੀਂ ਦਵਾਂਗੇ। ਪੰਜਾਬ ਦੀ ਲੜਾਈ ਨਹੀਂ, ਲੜਾਈ ਕਿਸਾਨ ਦੀ ਹੈ, ਜਿਹਦੇ ਪਿੱਛੇ ਕਿਸਾਨ ਲੱਗਦਾ, ਮਜ਼ਦੂਰ ਲੱਗਦਾ। ਅੱਛਾ, ਜੇ ਇਹ ਇੰਨੇ ਬਿੱਲ ਚੰਗੇ ਨੇ, ਬਿਹਾਰ 'ਚ 2006 'ਚ ਪਾਸ ਹੋ ਗਏ ਸੀ, ਆਪਣੇ ਕਦੇ ਨਾ ਜਿਹੜੇ ਵਿਚਾਰੇ ਮਜ਼ਦੂਰ ਭਾਈਚਾਰਾ ਇੱਥੇ ਕੰਮ ਕਰਨ ਆਉਂਦਾ, ਉਹਨਾਂ ਤੋਂ ਪੁੱਛ ਲਿਓ ਵੀ ਤੁਹਾਡੇ ਕੋਲ ਜ਼ਮੀਨ ਕਿੰਨੀ ਹੈ। ਤੁਹਾਨੂੰ ਕਹਿਣਗੇ 8 ਕਿੱਲੇ 9 ਕਿੱਲੇ 10 ਕਿੱਲੇ। ਤੇ 10 ਕਿੱਲਿਆਂ ਵਾਲਾ ਇੱਥੇ ਪੰਜਾਬ 'ਚ ਚੰਗਾ ਜ਼ਿਮੀਂਦਾਰ ਹੁੰਦਾ, ਮਾੜਾ ਨਹੀਂ ਹੁੰਦਾ। ਤੇ ਉਹਨਾਂ ਨੂੰ ਉੱਥੇ ਮੁੱਲ ਨਹੀਂ ਮਿਲਦਾ, ਸਾਨੂੰ ਕੀ ਮਿਲ ਜੂਗਾ? ਪਹਿਲੀ ਗੱਲ। ਦੂਜੀ ਗੱਲ ਇਹ ਆ, ਜਿਹੜਾ ਪ੍ਰਾਈਵੇਟਕਰਨ ਕਰਤਾ, ਉਹਦਾ ਕੱਦਾ ਗੰਨੇ ਮਿੱਲਾਂ 'ਚ ਹੋਇਆ ਪਰਚੀਆਂ ਲੈ ਕੇ ਸਾਨੂੰ ਗੰਨਾ ਸਿੱਟਣਾ ਪੈਂਦਾ, ਤੇ ਸਾਲ ਉਹਨਾਂ ਦੇ ਮੂਹਰੇ ਮਕਾਨ ਦੇਣੀ ਪੈਂਦੀ ਆ ਬਹਿ ਕੇ ਵੀ ਯਾਰ ਦੇ ਦਿਓ ਪੈਸੇ। ਹੁਣ ਤਾਂ ਸਾਲੇ 2 ਸਾਲ ਹੋ ਗਏ, ਦਿੰਦਾ ਕੋਈ ਪੈਸੇ? ਨਹੀਂ ਦਿੰਦਾ। ਸੋ ਤਾਂ ਕਰਕੇ ਜਿੰਨਾ ਤੁਹਾਡੇ 'ਚ ਜੋਸ਼ ਹੈ, ਉਹਨਾਂ ਹੋਸ਼ ਨਾਲ ਵੀ ਕੰਮ ਲਓ। ਕੱਲਾ ਜੋਸ਼ ਕਦੇ ਵੀ, ਬਾਈ ਮੈਂ ਤੁਹਾਨੂੰ ਰਿਕੁਐਸਟ ਕਰਦਾ ਹਾਂ, ਕੱਲੇ ਜੋਸ਼ ਨਾਲ ਜੰਗ ਨਹੀਂ ਜਿੱਤੀ ਜਾਂਦੀ। ਕਿਸੇ ਮੁਲਕ ਦਾ ਕੋਈ ਰਾਜਾ ਸੀ, ਉਹ ਕਹਿੰਦਾ ਇਸ ਮੁਲਕ ਨੇ ਇਹ ਜੰਗ ਜਿੱਤ ਲਈ ਤੇ ਰਾਜੇ ਨੇ ਜਿੱਤ ਲਈ। ਨਾ, ਰਾਜੇ ਨੇ ਨਹੀਂ ਜਿੱਤੀ, ਜੰਗ ਜਿੱਤੀ ਆ ਸੈਨਾਪਤੀ ਨੇ, ਜਿਹਨੇ ਰਣਨੀਤੀ ਬਣਾਈ ਹੈ। ਅੱਜ ਲੋੜ ਹੈ ਸਾਨੂੰ ਇੱਕ ਚੰਗੇ ਸੈਨਾਪਤੀ ਦੀ, ਜਿਹੜਾ ਸਾਡੇ ਮੂਹਰੇ ਲੱਗੇ। ਸਰਕਾਰਾਂ ਸਾਨੂੰ ਕਹਿੰਦੀਆਂ ਨੇ ਅਸੀਂ ਇੱਕ ਕਿਤੇ ਦੋ ਤਾਂ ਸਹੀ ਨਾ ਸਬੂਤ ਇੱਕ ਦਾ। ਜਿਹੜਾ ਆਪਦੀ ਰੈਲੀ ਕਰਦਾ, ਆਪਦੀਆਂ ਝੰਡੀਆਂ ਆਉਂਦੀਆਂ ਨੇ ਉੱਥੇ, ਕਿਹਨੇ ਕਿਸਾਨ ਯੂਨੀਅਨ ਦੀ ਝੰਡੀ ਚੱਕੀ ਹੈ, ਕਿਹਨੇ ਅੱਜ ਕਿਸਾਨੀ ਦੀ ਗੱਲ ਕੀਤੀ ਹੈ? ਤੇ ਕਹਿ ਸਾਰੇ ਦਿੰਦੇ ਨੇ ਪਹਿਲਾ ਧਰਮ ਕਿਸਾਨੀ, ਪਹਿਲਾ ਧਰਮ ਕਿਸਾਨੀ। ਪ੍ਰੂਫ ਤਾਂ ਦਿਓ, ਸਬੂਤ ਤਾਂ ਦਿਓ ਜੇ ਪਹਿਲਾ ਧਰਮ ਕਿਸਾਨੀ ਆ। ਜਿਹੜਾ ਕੰਮ ਅਸੀਂ ਫਿਰਦੇ ਉਹ ਕੰਮ ਸਰਕਾਰ ਨੂੰ ਕਰਨਾ ਚਾਹੀਦਾ ਸੀ ਕਿ ਹਾਂਜੀ ਬਾਕੀ ਸਿਆਸਤਾਂ, ਬਾਕੀ ਰਾਜਨੀਤੀਆਂ ਸਾਰਾ ਕੁਝ ਛੱਡੋ, ਪਹਿਲਾਂ ਆਪਣੇ ਖੇਤ ਬਚਾ ਲਈਏ। ਕਿਉਂ? ਕਿਉਂਕਿ ਰਾਜਨੀਤੀ ਵੀ ਸਾਡੇ ਤੇ ਹੀ ਕਰਨੀ ਹੈ ਨਾ, ਮੁੜ ਕੇ ਜਦੋਂ ਰਿਹਾ ਹੀ ਕੁਛ ਨਾ, ਫਿਰ ਰਾਜਨੀਤੀ ਕਿਹਦੇ ਤੇ ਕਰਨਗੇ? ਪੰਜੇ ਉਂਗਲੀਆਂ ਕਦੇ ਵੀ ਬਾਈ ਜੀ ਬਰਾਬਰ ਨਹੀਂ ਹੋ ਸਕਦੀਆਂ, ਇਹ ਗੱਲ ਕਲੀਅਰ ਕਰ ਲਓ। ਮੈਨੂੰ ਪਤਾ ਹੈ ਅੱਜ ਪੰਜਾਬ ਦਾ ਯੂਥ ਹੈ ਤਖਤਾ ਪਲਟਣ ਨੂੰ ਤਿਆਰ ਹੈ, ਜਿੰਨਾ ਮੈਂ ਨੌਜਵਾਨਾਂ 'ਚ ਰੋਸ ਦੇਖਦਾ। ਪਰ ਠੀਕ ਹੈ, ਇਹ ਸਾਡਾ ਏਜੰਡਾ ਨਹੀਂ ਹੈਗਾ।
2022 ਹਲੇ ਦੂਰ ਹੈ। ਜਿਹਨੇ ਜਿੰਨਾ ਕਰੰਟ ਕੱਢਣਾ ਕੱਢ ਲਿਓ। ਮੈਂ ਤੁਹਾਨੂੰ ਪਹਿਲਾਂ ਕਹਿ ਕੇ ਹਟਿਆ ਕਿ 5 ਉਂਗਲੀਆਂ ਇੱਕ ਸਾਰ ਦੀਆਂ ਨਹੀਂ। ਜਿੱਥੇ ਬੰਦੇ ਵਿੱਚ ਮਾੜੇ ਨੇ ਉੱਥੇ ਵਿੱਚ ਚੰਗੇ ਵੀ ਨੇ। ਹਰ ਇੱਕ ਬੰਦੇ ਦੀ ਆਪਦੀ ਪਾਰਟੀ ਹੈ, ਆਪਦੀ ਪਸੰਦ ਹੈ, ਲੋਕਤੰਤਰ ਹੈ, ਉਹਨੇ ਉਹਨੂੰ ਮੌਕਾ ਦੇ ਹੀ ਦੇਣਾ। ਪਰ ਅੱਜ ਜੇ ਕੋਈ ਮੁੱਦਾ ਹੈ ਨਾ ਸਾਡਾ, ਅੱਜ ਜੇ ਕੋਈ ਮੁੱਦਾ ਹੈ, ਅੱਜ ਸਾਡਾ ਮੁੱਦਾ ਕਿਸਾਨੀ ਦਾ। ਕਿਉਂ ਲੈ ਦੇ ਕੇ ਸਾਡੇ ਕੋਲ ਖੇਤ ਤਾਂ ਬਚੇ ਸੀ ਇਕੱਲੇ, ਖੇਤਾਂ ਤੋਂ ਬਿਨਾਂ ਹੋਰ ਸਾਡੇ ਪੱਲੇ ਕੀ ਹੈ। ਅੱਜ ਕੇਂਦਰ ਦੀ ਸਰਕਾਰ ਨੇ ਸਿੱਧੇ ਤੌਰ ਤੇ ਅੱਖ ਉਹਨਾਂ ਤੇ ਰੱਖ ਲਈ। ਉਹ ਪਿੱਛੋਂ ਅੰਬਾਨੀ ਉਹ ਨਹੀਂ ਫੋਨ ਮਾਰਦੇ ਆ, ਉਹ ਮੋਦੀ ਜੀ ਜਿਹੜੀ ਡੀਲ ਹੋਈ ਸੀ ਪੰਜਾਬ ਦੀ ਜ਼ਮੀਨ ਦੀ ਉਹਦਾ ਕੀ ਬਣਿਆ। ਹਾਂਜੀ ਹਾਂਜੀ ਸਰ, ਰਾਸ਼ਟਰਪਤੀ ਨੇ ਸਾਈਨ ਕਰਤੇ ਸਰ, ਥੋੜਾ ਅੰਦੋਲਨ ਚੱਲ ਰਿਹਾ ਪਰ ਅਸੀਂ ਤੁਹਾਨੂੰ ਦੇ ਦਾਂਗੇ। ਇਹ ਭੁਲੇਖਾ ਹੈ ਮੋਦੀ ਦਾ ਵੀ ਦੇ ਦਾਂਗੇ। ਇਹ ਪਹਿਲੀ ਆ, ਹਲੇ ਤੱਕ ਰਿਕੁਐਸਟ ਕਰਦੇ ਹਾਂ ਅਸੀਂ ਉਹਨਾਂ ਨੂੰ। ਪਰ ਜੇ ਆਰ ਪਾਰ ਦੀ ਲੜਾਈ ਤੇ ਆ ਗਏ ਨਾ, ਫਿਰ ਕਿਤੇ ਇਹ ਨਾ ਸੋਚਿਓ ਵੀ 84 ਵਾਲਾ ਕੰਮ ਹੋਊਗਾ, ਮਿਲਟਰੀ ਲਿਆਉਂਗੇ ਉਰੇ ਤੇ ਸਾਨੂੰ ਦਬਾ ਕੇ ਲੰਘ ਜਾਓਗੇ। ਨਾ ਜੀ ਨਾ, ਇੱਥੇ ਕੱਲੇ ਕੱਲੇ ਜੇ ਹਥਿਆਰ ਨਹੀਂ ਤਾਂ ਡਾਂਗ ਤਾਂ ਕੱਲੇ ਕੱਲੇ ਕੋਲ ਪਈ ਐ। ਸਾਡੀਆਂ ਦਾ ਭੈਣਾਂ ਨੇ ਵੀ ਜਿਹੜੇ ਘੋਟਣੇ ਹੁੰਦੇ ਨੇ ਨਾ। ਮੈਂ ਜਦੋਂ ਰੋਜ਼ ਧਰਨੇ ਤੇ ਜਾਂਦਾ, ਮੇਰੀ ਮਾਂ ਮੈਨੂੰ ਕਹਿੰਦੀ ਹੈ, ਪੁੱਤ ਮੈਨੂੰ ਨਾਲ ਲੈ ਕੇ ਚੱਲ, ਐਡੀ ਸ਼ਿੱਦਤ ਹੈ ਸਾਡੇ ਖੇਤਾਂ ਨੂੰ ਲੈ ਕੇ, ਸਾਡੇ ਪਿੰਡਾਂ 'ਚ, ਸਾਡਿਆਂ ਘਰਾਂ 'ਚ। ਕਿਉਂਕਿ ਸਾਡਾ ਯਾਰ, ਸਾਡੀਆਂ ਉਹਨਾਂ ਨਾਲ ਯਾਦਾਂ ਜੁੜੀਆਂ, ਸਾਡਾ ਇੱਕ ਇਤਿਹਾਸ ਜੁੜਿਆ ਪੰਜਾਬ ਦਾ ਖੇਤਾਂ ਨਾਲ। ਜਦੋਂ ਅਸੀਂ ਛੋਟੇ ਸੀ, ਤੁਹਾਡਾ ਤਾਂ ਮਾਲਵਾ ਏਰੀਆ, ਤੁਹਾਡੇ ਕੋਲ ਇੱਧਰ ਜ਼ਮੀਨਾਂ ਵੱਧ ਨੇ, ਵੱਡੇ ਤੁਸੀਂ ਜ਼ਿਮੀਂਦਾਰ ਹੋ। ਸਾਰਿਆਂ ਕੋਲ ਨਹੀਂ, ਹਿੰਦੁਸਤਾਨ 'ਚ 80% ਤਬਕਾ ਉਹ ਆ ਜਿਹੜਾ 5 ਕਿੱਲਿਆਂ ਤੋਂ ਥੱਲੇ ਦੀ ਖੇਤੀ ਕਰਦਾ। ਛੋਟਾ ਯਾਰ ਗੱਲ ਮੋਗੀ, ਚਾਹੇ ਛੋਟਾ ਚਾਹੇ ਕੋਈ ਵੱਡਾ ਖੇਤ, ਚਾਹੇ ਕੋਲ ਕਿਸੇ ਕੋਲ 1 ਕਿੱਲਾ, ਚਾਹੇ ਕਿਸੇ ਕੋਲ 100 ਕਿੱਲਾ, ਕਿਹਦਾ ਜੀ ਕਰਦਾ ਯਾਰ ਦੇਣ ਨੂੰ, ਤੇ ਕਿਉਂ ਦਈਏ ਯਾਰ। ਇਹ ਕੀ ਲੱਗਦੇ ਨੇ ਸਾਡਿਆਂ ਖੇਤਾਂ ਦੇ। ਸੋ ਗੱਲ ਅੱਜ ਆ ਕੇ ਇੱਥੇ ਖੜੀ ਹੋ ਗਈ। ਇੱਕ ਪਲਾਨ ਦੇ ਸਾਜ਼ਿਸ਼ ਦੇ ਅਧੀਨ ਇਹ ਸਰਕਾਰ ਸਿੱਧੇ ਤੌਰ ਤੇ ਇਹ ਜਿਹੜਾ ਕਹਿੰਦੇ ਆ ਵੀ ਪ੍ਰਾਈਵੇਟਕਰਨ ਕਰ ਦਿਆਂਗੇ, ਤੁਹਾਡਾ ਜੀ ਤੁਹਾਨੂੰ ਪੈਸੇ ਵੱਧ ਦੇ ਦੇਣਗੇ। ਸਾਨੂੰ ਯਾਰ ਕੁਝ ਚਾਹੀਦਾ ਹੀ ਨਹੀਂ। ਜੇ ਕਰਨਾ ਹੁੰਦਾ ਤਾਂ ਲਿਆ ਕੇ ਸੁਸਾਇਟੀਆਂ 'ਚ ਸਰਕਾਰੀ ਟਰੈਕਟਰ ਖੜਾਉਂਦੇ, ਉਹਨਾਂ 'ਚ ਅਗਲਾ ਤੇਲ ਪਾਉਂਦਾ, ਆਪਦੇ ਖੇਤ ਵਾਹੁੰਦਾ ਤੇ ਉੱਥੇ ਖੜਾ ਦਿੰਦਾ। ਸੰਦ ਲਿਆ ਕੇ ਦਿੰਦੇ, ਸਾਡੀਆਂ ਖੇਤੀ ਤੇ ਇੰਸ਼ੋਰੈਂਸਾਂ ਕਰਦੇ, ਸਾਡੀਆਂ ਫਸਲਾਂ ਤੇ ਸਾਨੂੰ ਬੀਜ ਬੀਜਣ ਨੂੰ ਪਹਿਲਾਂ ਪੈਸੇ ਦਿੰਦੇ। ਜੇ ਐਡਾ ਜ਼ਿਆਦਾ ਲਾਗੂ ਸੀ ਇਹ ਬਿੱਲ ਕਰਨੇ ਚੰਗੇ ਸੀ ਤਾਂ ਫਿਰ MSP ਲਿਖਤੀ ਰੂਪ 'ਚ ਕਿਉਂ ਨਹੀਂ ਦਿੱਤੀ। ਉਹ ਤਾਂ ਗੱਲ ਮੁੱਦਾ MSP ਦਾ ਨਹੀਂ। MSP ਬੜੀਆਂ ਫਸਲਾਂ ਤੇ ਲਾਗੂ ਆ। ਪੰਜਾਬ ਕੋਲੇ ਦੁਖਾਂਤ ਕੀ ਆ, ਅੱਜ ਜਿੰਨੇ ਖੜੇ ਹੋ ਇਹ ਉਹ ਵੀਰ ਨੇ ਜਿਹੜੇ ਸਿਰਫ 3 ਫਸਲਾਂ ਪ੍ਰਾਇੋਰਟੀ ਤੇ ਬੀਜਦੇ ਨੇ, ਕਣਕ, ਝੋਨਾ ਤੇ ਨਰਮਾ। ਬਾਕੀ ਜਿਹੜਾ 5 ਕਿੱਲਿਆਂ ਵਾਲਾ, 4 ਕਿੱਲਿਆਂ ਵਾਲਾ, ਤੁਸੀਂ ਦੇਖਦੇ ਹੋ YouTube ਤੇ ਵੀ 25 ਲੱਖ ਦੀ ਖੇਤੀ ਫਸਲ ਚੋਂ 5 ਕਿੱਲਿਆਂ ਚੋਂ 50 ਲੱਖ ਰੁਪਇਆ ਕਮਾ ਲਿਆ। ਉਹ ਤਾਂ ਆਪਦਾ ਸਬਜ਼ੀਆਂ ਬੀਜਦੇ ਨੇ, ਉਹਨਾਂ ਨੇ ਇੱਕ ਅਲੱਗ ਪੈਟਰਨ ਤਿਆਰ ਕਰ ਲਿਆ। ਇਹ ਮੁੱਦਾ ਇਹ ਆ ਵੀ ਸਾਨੂੰ ਕੋਈ ਵੱਖਰਾ ਕਰਨ ਖੇਤੀ 'ਚ ਦਿੱਤਾ ਹੀ ਨਹੀਂ ਗਿਆ। ਸਾਡੀ ਮਜਬੂਰੀ ਆ, ਫਿਰ ਅਸੀਂ ਕੀ ਬੀਜੀਏ, ਅਸੀਂ ਬੀਜੀਏ ਕੀ, ਅਸੀਂ ਕਿਵੇਂ, ਕੋਈ ਸਾਨੂੰ ਸ਼ੋਰਟ ਹੀ ਨਹੀਂ ਹੈਗੀ। ਦੇਖੋ ਤਰਾਸਦੀ ਇਹ ਆ ਕਿ 5-7 ਸਾਲ 'ਚ ਪੰਜਾਬ ਦਾ ਜਿਹੜਾ ਪਾਣੀ ਹੈ, ਜਿਵੇਂ ਬਾਈ ਨੇ ਗੱਲ ਕੀਤੀ ਵੀ ਕੈਂਸਰ ਘਰ ਘਰ 'ਚ ਹੈ, ਕਿੱਡੀ ਤਰਾਸਦੀ ਹੈ, ਕਿੱਡਾ ਦਿਖਾਂਤ ਹੈ। ਹਰੀ ਕ੍ਰਾਂਤੀ ਦੇ ਨਾਂ ਤੇ ਸਾਡੇ ਪਾਣੀਆਂ 'ਚ, ਸਾਡੇ ਖੇਤਾਂ 'ਚ ਜ਼ਹਿਰ ਘੋਲਤਾ ਯੂਰੀਏ ਦੇ ਨਾਂ ਤੇ। 5-7 ਸਾਲ 'ਚ ਪਾਣੀ ਤਾਂ ਵੈਸੇ ਹੀ ਮੁੱਕ ਜਾਣਾ, ਫਿਰ ਖੇਤੀ ਤਾਂ ਰਹਿਣੀ ਓ ਨਹੀਂ, ਫਿਰ ਕੀ ਕਰਾਂਗੇ। ਅੱਜ ਲੋੜ ਹੈ ਪ੍ਰੋਪਰ ਇੱਕ ਢਾਂਚੇ ਨੂੰ ਸਹੀ ਕਰਨ ਦੀ। ਜਿਹੜੀ ਜੇ ਮੈਂ ਅੱਜ ਇੱਥੋਂ ਸਟੇਜ ਤੋਂ ਬੋਲ ਦੇਵਾਂ ਵੀ ਹਾਂਜੀ ਇਦਾਂ ਹੋ ਜਾਊਗਾ ਜੀ, ਕੱਲ ਨੂੰ ਇਦਾਂ ਹੋ ਜਾਊਗਾ, ਉਦਾਂ ਹੋ ਜਾਊਗਾ, ਨਹੀਂ ਵੀਰੇ। ਸਾਨੂੰ ਇੱਕ ਕਪਤਾਨ ਦੀ ਲੋੜ ਹੈ, ਸਾਨੂੰ ਇੱਕ ਸਹੀ ਆਗੂ ਦੀ ਲੋੜ ਹੈ ਜਿਹੜਾ ਅੱਗੇ ਜਾ ਕੇ ਗੱਲ ਕਰੇ। ਹੁਣ ਕੱਲ ਨੂੰ ਮੈਂ ਕਹਿੰਦਾ ਮੇਰੇ ਵੀਡੀਓ ਵਾਇਰਲ ਹੋ ਗਏ, ਕੱਲ ਨੂੰ ਮੋਦੀ ਮੈਨੂੰ ਬੁਲਾ ਲਵੇ ਵੀ ਹਾਂ ਬਈ ਪੰਜਾਬ 'ਚ ਬਹੁਤ ਭੜਕਦਾ ਫਿਰਦਾ, ਦੱਸ ਕੀ ਕਰੀਏ, ਫੇਰ ਕੀ ਕਰਾਂਗੇ। ਬਾਈ ਉਹਨਾਂ ਦੀ ਮੋਨੋਪਲੀ ਆ। ਮੈਂ ਵੀਰੇ ਤੁਹਾਡੀ ਇੱਜ਼ਤ ਕਰਦਾ, ਤੁਸੀਂ ਮੇਰੇ ਨਾਲ ਹੋ। ਜਿੰਨਾ ਜੋਸ਼ ਜਵਾਨੀ 'ਚ ਮੈਂ ਕਾਰ 'ਚ ਆਉਂਦਾ ਸੀ, ਵੀਰ ਇੱਥੇ ਖੜਾ, ਇਹਨੇ ਕੀ ਕਹੀ ਬਾਈ ਜੇ ਲੋੜ ਪੈਗੀ ਤਾਂ ਜਾਨ ਦੇ ਦੇਂਗੇ, ਜਾਨ ਵਾਰ ਦਾਂਗੇ। ਕਿਉਂ ਬਈ, ਅਸੀਂ ਕਿਉਂ ਦੇਵਾਂਗੇ ਜਾਨਾਂ? ਸਾਡੀਆਂ ਜਾਨਾਂ ਸਾਲੀਆਂ ਐਡੀਆਂ ਫਰੀ ਨੇ ਬਈ ਅਸੀਂ ਜਾਨਾਂ ਦੇਵਾਂਗੇ? ਅਸੀਂ ਜਾਨਾਂ ਦੇਵਾਂਗੇ ਨਹੀਂ। ਜੇ ਲੋੜ ਪੈਗੀ, ਇਹ ਸਮਝ ਲਓ, ਜੇ ਲੋੜ ਪੈਗੀ, ਜਦੋਂ ਗੱਲ ਜਾਨ ਤੇ ਆ ਗਈ, ਇਤਿਹਾਸ ਯਾਦ ਰੱਖਦਾ ਯਾਰ ਯੋਧਿਆਂ ਨੂੰ। ਹਾਂ ਦਾ ਨਾਰਾ ਮਾਰਨ ਵਾਲੇ ਬੰਦੇ ਨੂੰ ਇਤਿਹਾਸ ਯਾਦ ਰੱਖਦਾ। ਹਲੇ ਅਸੀਂ ਬੇਨਤੀਆਂ ਕਰਦੇ ਹਾਂ ਵੀ ਸਾਡੀ ਗੱਲ ਮੰਨ ਲਓ ਜੀ, ਸਾਡੀ ਗੱਲ ਮੰਨ ਲਓ। ਪਰ ਜੇ ਕਿਤੇ ਲੜਾਈ ਸ਼ੁਰੂ ਹੋ ਗਈ, ਘਰੇ ਬੈਠੇ ਨਹੀਂ ਮਰਦੇ, ਆਰ ਪਾਰ ਦੀ ਲੜਾਈ ਲੜ ਕੇ ਮਰਾਂਗੇ। ਠੀਕ ਹੈ, ਸੂਬੇ ਹਿੰਦੁਸਤਾਨ ਕੋਲੇ ਬੜੀ ਪਾਵਰ ਹੋਊਗੀ, ਬੜੀ ਆਰਮੀ ਹੋਊਗੀ, ਪਰ ਇਹ ਪੰਜਾਬੀਆਂ ਦਾ ਇਤਿਹਾਸ ਹੈ। ਜਿਹੜੀ ਚੀਜ਼ ਨੂੰ ਇੱਕ ਵਾਰੀ ਤੁਰ ਪਏ, ਯਾਦ ਕਰ ਲਓ, ਸਾਰਾ ਗੜੀ 'ਚ 20 ਸਿੰਘ ਸੀ, ਕਿੰਨੇ ਹਜ਼ਾਰ ਮੁਗਲਾਂ ਨਾਲ ਲੜੇ ਐ, ਮੁੜ ਸਕਦੇ ਸੀ। ਚਲੋ ਤੁਹਾਨੂੰ ਇਤਿਹਾਸ ਦਾ ਬਾਹਲਾ ਨਹੀਂ ਪਤਾ ਹੋਣਾ, ਤੁਸੀਂ ਫਿਲਮ ਸਾਰਿਆਂ ਨੇ ਦੇਖੀ ਆ, ਮੁੜ ਸਕਦੇ ਸੀ ਪਰ ਆਪਣੀ ਇੱਜ਼ਤ ਵਾਸਤੇ ਨਹੀਂ ਮੁੜੇ ਤੇ ਬਿਫਤਾ ਪਾਤੀ, ਬਿਫਤਾ। ਇਹ ਉਸ ਕੌਮ ਦੇ ਵਾਰਸ ਨੇ। ਬਾਬਾ ਦੀਪ ਸਿੰਘ ਤਲੀ ਤੇ ਸੀਸ ਧਰ ਕੇ ਲੜਨ ਵਾਲਾ ਯੋਧਾ ਸੀ। ਇਹ ਖੂਨ ਅੱਜ ਵੀ, ਠੀਕ ਹੈ ਤੁਸੀਂ ਬਦਨਾਮ ਕਰਤਾ, ਤੁਹਾਡੇ ਬਦਨਾਮ ਕਰਨ ਨਾਲ ਬਦਨਾਮ ਨਹੀਂ ਹੋਣ ਲੱਗੇ। ਇਹ ਉਹੀ ਜੋਸ਼ ਹੈ, ਉਹੀ ਜਵਾਨੀ ਹੈ ਜਿਹੜੀ ਤਖਤੇ ਪਲਟਦੀ ਹੈ। ਪਰ
ਇਹਨੂੰ ਇੱਕ ਅਗਵਾਈ ਕਰਨ ਲਈ ਸਹੀ ਕਪਤਾਨ ਦੀ ਲੋੜ ਹੈ। ਜਿੱਦੇ ਉਹ ਸਾਨੂੰ ਕਪਤਾਨ ਮਿਲ ਗਿਆ, ਜਿੱਦੇ ਉਹ ਸਾਡੀ ਏਕਤਾ ਹੋ ਗਈ, ਇਹ ਜੰਗ ਹੈ ਨਾ ਜਿਹੜੀ, ਇਹ 4 ਦਿਨਾਂ ਦੀ ਗਿਣਤੀ ਆ, 4 ਦਿਨਾਂ ਦੀ। 3.5 ਕਰੋੜ ਆਬਾਦੀ ਆ, ਉਹਦੇ ਚੋਂ 10 ਲੱਖ ਬੰਦਾ ਵੀ ਇਕੱਠਾ ਹੋ ਕੇ ਸ਼ੰਭੂ ਵੈਰੀਅਰ ਤੇ ਆ ਗਿਆ। ਤੇ ਵੀਰਿਓ ਆ ਜਿਓ ਜਿੱਦਣ ਅਸੀਂ ਬੁਲਾਵਾਂਗੇ। ਕਿਤੇ ਇਹ ਨਾ ਹੋਵੇ ਕਿਤੇ ਕੱਲ ਨੂੰ ਮੀਡੀਆ ਇਹ ਖਬਰ ਲਾ ਦੇਵੇ ਵੀ ਗਾਉਣੇ ਵਾਲੇ 4 ਇਕੱਠੇ ਹੋ ਜਾਂਦੇ ਸੀ, ਮੰਡੀਰ ਕੂਕਾਂ ਮਾਰ ਕੇ ਮੁੜ ਗਈ ਤੇ ਇੱਥੇ ਡਾਂਗਾ ਖਾਣ ਵਾਸਤੇ ਫੇਰ ਸਾਡੇ ਬਾਪੂ ਹੀ ਖੜੇ ਨੇ, ਕਿਸੇ ਦੀ ਉਹਨਾਂ ਨੇ ਪੱਗ ਲਾਤੀ, ਕਿਸੇ ਦਾ ਉਹਨੇ ਮੋਰ ਤੋੜਤਾ। ਇਹ ਦਾਗ ਆਪਾਂ ਲਾਉਣਾ ਹੈ ਹੁਣ, ਇਹ ਨਹੀਂ ਰੱਖਣਾ ਵੀ ਸਾਡੇ ਬੁੜਿਆਂ ਨੇ ਡਾਂਗਾ ਖਾਣੀਆਂ ਨੇ, ਬਹੁਤ ਹੋ ਗਿਆ। ਸਾਡੇ ਬਾਪੂ ਸਾਡੇ ਨਾਲ ਖੜੇ ਨੇ, ਅਸੀਂ ਇਹ ਲੜਾਈ ਉਹਨਾਂ ਦੀ ਦੇਖ ਰੇਖ 'ਚ ਅੱਗੇ ਹੋ ਕੇ ਲੜਨੀ ਹੈ। ਤੁਸੀਂ ਸਮਝੋ ਜੇ ਕਿੱਡਾ ਪ੍ਰੈਸ਼ਰ ਹੈ। ਜੇ 31 ਜਥੇਬੰਦੀਆਂ ਇਕੱਠੀਆਂ ਹੋ ਗਈਆਂ ਤਾਂ ਅੱਜ ਯਾਰ ਸਾਨੂੰ ਵੀ ਇੱਕ ਹੋ ਜਾਣਾ ਚਾਹੀਦਾ। ਭਾਈਵਾਲ ਦਾ ਏਕੇ ਦਾ ਹੋਕਾ ਦਿੰਦੇ ਫਿਰਦੇ ਆ। ਅਸੀਂ ਕੱਲ ਸਾਡੀ ਮੀਟਿੰਗ ਸੀ, ਅਸੀਂ ਉਹਨਾਂ ਨੂੰ ਪ੍ਰੋਪਰ ਤੌਰ ਤੇ ਕਿਹਾ ਇਹ ਵੀ ਤੁਸੀਂ ਇਹ ਸੰਘਰਸ਼ ਆ ਲੰਬੇ ਸਮੇਂ ਤੋਂ ਲੜਦੇ ਹੋ, ਅਸੀਂ ਤੁਹਾਡੇ ਨਾਲ ਆ। ਫਿਰ ਸਰਕਾਰਾਂ ਦਾ ਕੀ ਜਾਂਦਾ ਯਾਰ, ਕਹਿ ਦੇਣ ਵੀ ਅਸੀਂ ਤੁਹਾਡੇ ਨਾਲ ਆ, ਇਕੱਠੇ ਹੋ ਕੇ ਚੱਲੀਏ। ਜਦੋਂ ਏਜੰਡਾ ਸਾਰਿਆਂ ਦਾ ਇੱਕ ਆ ਤਾਂ ਫਿਰ ਝੰਡਾ ਇੱਕ ਕਿਉਂ ਨਹੀਂ ਹੈਗਾ? ਪ੍ਰੋਬਲਮ ਤਾਂ ਇਸ ਗੱਲ ਦੀ ਆ, ਹਾਲੇ ਵੀ ਕਈ ਲੋਕ ਆਪਦਾ ਇਹ ਚਮਕਾਉਣਾ ਚਾਹੁੰਦੇ ਆ ਰਾਜਨੀਤੀ ਵੀ ਅਸੀਂ ਹੱਲ ਕਰਵਾਤਾ, ਅਸੀਂ ਹੱਲ ਕਰਵਾਤਾ। ਚਮਕਾ ਲਿਓ ਯਾਰ, 2022 ਨੂੰ 1.5 ਸਾਲ ਰਹਿ ਗਿਆ, ਮੁੜ ਕੇ ਰਾਜਨੀਤੀਆਂ ਹੀ ਕਰਨੀਆਂ ਨੇ। ਪਹਿਲਾਂ ਸਾਡਾ ਹੱਲ ਤਾਂ ਕਰਵਾ ਦਿਓ। ਜੇ ਅੱਜ ਨੌਜਵਾਨੀ ਜਾਗੀ ਆ, ਕਿਤੇ ਇਹ ਨਾ ਹੋਵੇ ਨਾ 10 ਦਿਨ ਰੌਲਾ ਪਾ ਕੇ ਫੇਰ ਘਰਾਂ 'ਚ ਵੜ ਜਾਓ। ਬਾਈ ਇਹ ਸ਼ਰਮ ਦੀ ਗੱਲ ਹੈ। ਮੈਂ ਕੋਈ ਬੁਲਾਰਾ ਨਹੀਂ ਹੈਗਾ, ਮੈਂ ਕੋਈ ਸਪੀਚਰ ਨਹੀਂ ਹੈਗਾ। ਬਹੁਤ ਬੰਦੇ ਹੁਣ ਮੈਨੂੰ ਇਹ ਕਹਿਣ ਲੱਗੇ ਵੀ 10 ਦਿਨ ਚੱਲੂਗਾ ਬਸ ਕੰਮ, ਕਲਾਕਾਰਾਂ ਨੇ ਵੀ ਘਰੇ ਬਹਿ ਜਾਣਾ ਤੇ ਉਸ ਤੋਂ ਬਾਅਦ 'ਚ ਆ ਜਿਹੜੇ ਸਾਡੇ ਨੌਜਵਾਨਾਂ ਨੂੰ ਇੱਕ ਨਾ ਜਿਹੜੇ ਆ ਫੇਸਬੁੱਕ ਤੇ ਵਿਦਵਾਨ ਬੈਠੇ ਨੇ, ਪਤਾ ਕਿਹਦਾ ਰੂਪ ਦਿੰਦੇ ਆ? ਮੰਡੀਰ ਦਾ, ਵੀ ਆ ਮੰਡੀਰ ਨੇ ਵੀ ਘਰੇ ਵੜ ਜਾਣਾ। ਇਸੇ ਮੰਡੀਰ ਨੇ ਵਕਤ ਪੈਣ ਤੇ ਉਹਨਾਂ ਦੇ ਮੂੰਹ ਤੇ ਚਪੇੜ ਮਾਰਨੀ ਆ ਵੀ ਇਹ ਮੰਡੀਰ ਨਹੀਂ, ਇਹ ਪੰਜਾਬ ਦੇ ਪੁੱਤ ਨੇ, ਇਹ ਆਪਣੇ ਖੇਤਾਂ ਦੇ ਪੁੱਤ ਨੇ। ਜਿੱਦੇ ਲੋੜ ਪੈ ਗਈ ਤੁਹਾਡੇ 'ਚ ਮੈਨੂੰ ਪਤਾ ਬਹੁਤ ਜੋਸ਼ ਹੈ ਦਿੱਲੀ ਜਾਣ ਦਾ। ਦਿੱਲੀ ਜਾਵਾਂਗੇ, ਸਭ ਤੋਂ ਪਹਿਲਾਂ ਹੋ ਕੇ ਫੋਨ ਮਾਰ ਦਿਓ। ਜਿੱਦੇ ਸਾਡੇ ਬੱਸ ਤੋਂ ਬਾਹਰ ਹੋ ਗਈ ਕਹਾਣੀ, ਫੋਨ ਮਾਰ ਦਿਓ ਵੀ ਬਹੁਤ ਰੋਲਾ ਪਾਉਂਦਾ ਸੀ, ਹੁਣ ਤਾਂ ਮੁੱਕਰ ਨਹੀਂ ਸਕਦਾ ਯਾਰ। ਕਿੰਨੇ ਵੀਡੀਓ ਵਾਇਰਲ ਹੋ ਗਏ, ਸਭ ਤੋਂ ਪਹਿਲਾਂ ਜਾਊਗਾ। ਕੀ ਹੋਊਗਾ? ਡਾਂਗਾ ਮਾਰ ਲੈਣਗੇ, ਪਰਚੇ ਪਾ ਦੇਣਗੇ, ਫਿਰ ਕੀ ਹੋ ਜਾਊਗਾ ਉਹਦੇ ਨਾਲ? ਸਾਡੀ ਹੋਂਦ, ਸਾਡੀ ਇੱਜ਼ਤ ਤਾਂ ਬਚੂਗੀ ਨਾ। ਸਾਡੇ ਖੇਤ ਨੇ ਜਿਹੜੇ, ਕਿਸੇ ਵੀ ਹੱਕ ਤੇ ਅਸੀਂ ਉਹਨਾਂ ਨੂੰ ਛੱਡਾਂਗੇ ਨਹੀਂ। ਇੱਕ ਗੱਲ ਵੀਰੇ ਨਾਲ ਮੈਂ ਹੋਰ ਐਡ ਕਰਨੀ ਚਾਹੁੰਦਾ, ਅੱਜ ਪਛਾਣ ਲਿਓ, ਅੱਜ ਪਛਾਣਨ ਦਾ ਵੇਲਾ ਹੈ ਵੀ ਤੁਹਾਡੇ ਆਪਣੇ ਕੌਣ ਨੇ ਤੇ ਤੁਹਾਡੇ ਗਦਾਰ ਕੌਣ ਨੇ। ਚਾਹੇ ਉਹ ਗਾਉਣੇ ਵਾਲੇ ਨੇ, ਚਾਹੇ ਉਹ ਲੀਡਰ ਨੇ, ਚਾਹੇ ਉਹ ਜਥੇਬੰਦੀਆਂ ਨੇ, ਚਾਹੇ ਕੋਈ ਵੀ ਨੇ, ਤੁਹਾਨੂੰ ਪਛਾਣ ਆਉਣੀ ਚਾਹੀਦੀ ਹੈ। ਕਿਉਂ? ਕਿਉਂਕਿ ਇਦੋਂ ਉੱਤੇ ਤਾਂ ਯਾਰ ਮੁੱਦਾ ਹੀ ਹੋਰ ਕੋਈ ਹੈ ਨਹੀਂ। ਅੱਜ ਜੇ ਇਦੋਂ ਉੱਤੇ ਪੰਜਾਬ 'ਚ ਦੱਸ ਦਿਓ ਵੀ ਕਿਹੜਾ ਮੁੱਦਾ ਹੈ, ਕੀ ਹੋਰ ਗੱਲ ਹੈ? ਇੱਕੋ ਹੀ ਗੱਲ ਹੈ, ਸਾਡੇ ਖੇਤ ਲੁੱਟ ਰਹੇ ਨੇ, ਸਾਡੇ ਖੇਤ ਲੁੱਟ ਰਹੇ ਨੇ, ਅਸੀਂ ਖੇਤ ਦੇਣ ਨਹੀਂ ਦੇਣੇ। ਜਿਹੜੇ ਵੀਰ ਤੁਹਾਡੇ ਨਾਲ ਖੜੇ ਨੇ ਮੋਢਾ ਨਾਲ ਮੋਢਾ ਲਾ ਕੇ, ਉਹਨਾਂ ਦਾ ਸਤਿਕਾਰ ਕਰਨਾ, ਉਹਨਾਂ ਦਾ ਵੈਲਕਮ ਕਹਿਣਾ, ਚਾਹੇ ਉਹ ਕਿਸੇ ਵੀ ਪਾਰਟੀ ਦਾ ਆ ਗਿਆ। ਜਦੋਂ ਨਾ ਆਪਣੇ ਮੰਚ ਤੇ ਉਹ ਦਰਦ ਲੈ ਕੇ ਆਇਆ, ਜਦੋਂ ਉਹ ਆਪਦੀ ਪਾਰਟੀ ਦਾ ਝੰਡਾ ਛੱਡ ਕੇ ਪਿੱਛੇ ਇਹ ਕਹਿ ਕੇ ਆਪਣੇ ਧਰਨੇ 'ਚ ਬਹਿ ਜਾਊਗਾ ਵੀ ਮੈਂ ਕਿਸਾਨ ਆ ਤੇ ਮੈਂ ਕਿਸਾਨਾਂ ਨਾਲ ਆ, ਉਹਦਾ ਸਤਿਕਾਰ ਕਰਨਾ, ਉਹਨੂੰ ਇੱਜ਼ਤ ਦੇਣੀ ਆ। ਜੇ ਕੋਈ ਬੰਦਾ ਪਾਰਟੀਬਾਜ਼ੀ ਦਾ ਝੰਡਾ ਲੈ ਕੇ ਆਊਗਾ, ਯਾਰ ਬਾਈਕਾਟ ਕਰ ਦਿਓ, ਸਾਨੂੰ ਕੋਈ ਲੋੜ ਨਹੀਂ, ਅਸੀਂ ਆਪ ਦੀ ਲੜਾਈ ਆਪ ਇਹ ਲੜ ਲਾਂਗੇ। ਫਿਰ ਸਾਨੂੰ ਪਰ ਜੇ ਐਡੀਆਂ ਉਹਨਾਂ ਨੂੰ ਐਡਾ ਦੁੱਖ ਸੀ, ਫਿਰ ਲੜਦੇ ਮੂਹਰੇ ਹੋ ਕੇ ਲੜਾਈ। ਯਾਰ ਇਹ ਕਲਾਕਾਰਾਂ ਦੇ ਕਰਨ ਵਾਲਾ ਕੰਮ ਥੋੜੀ ਸੀ। ਅਸੀਂ ਤਾਂ ਤੁਹਾਡੇ ਪਿੱਛੇ ਹੋ ਕੇ ਚੱਲਦੇ। ਇਹ ਸਾਂਭਿਆ ਕਿਹਨੇ ਆ? ਕਲਾਕਾਰਾਂ ਨੇ। ਬਾਹਰ ਜਵਾਨੀ ਨੂੰ ਕਿਹਨੇ ਹਮੇਸ਼ਾ ਤੌਹਮਤ ਲਾਈ ਜਾਂਦੀ ਸੀ ਵੀ ਕਲਾਕਾਰਾਂ ਨੇ ਜਵਾਨੀ ਵਿਗਾੜਤੀ। ਅਸੀਂ ਤਾਂ, ਸਾਡੇ ਤਾਂ ਗਲੇ ਬਹਿ ਗਏ ਰੌਲਾ ਪਾ ਪਾ ਕੇ, ਵੀਰੇ ਸਾਡੇ ਹੱਕਾਂ ਤੇ ਡਾਕਾ, ਸਾਡੇ ਹੱਕਾਂ ਤੇ ਡਾਕਾ, ਸਾਡੇ ਨਾਲ ਹੋ ਕੇ ਚੱਲੋ। ਆ ਜਿਹੜੇ ਹੀਰੋ ਅਕਸ਼ੇ ਕੁਮਾਰ ਹੋ ਗਿਆ, ਸਨੀ ਦਿਓਲ ਹੋ ਗਿਆ, ਗੁਰੂ ਰੰਧਾਵਾ ਹੋ ਗਿਆ, ਰੌਲਾ ਪਾਉਂਦੇ ਆ ਨਾ ਪੰਜਾਬ ਦਾ, ਸ਼ੂਟਿੰਗਾਂ ਨਾ ਕਰਨ ਦਿਓ ਆਪਦਿਆਂ ਖੇਤਾਂ 'ਚ ਲਿਆ ਕੇ। ਕਿਤੇ ਇਹ ਨਾ ਹੋਵੇ ਵੀ ਫੋਟੋਆਂ ਖਿਚਾਉਣ ਦੇ ਮਾਰੇ ਫੇਰ ਕਹਿ ਦੇਣ ਸਨੀ ਦਿਓਲ ਪੰਜਾਬ ਦਾ ਪੁੱਤ ਹੈ। ਕੋਈ ਪੰਜਾਬ ਦਾ ਪੁੱਤ ਨਹੀਂ ਹੈਗਾ। ਉੱਥੇ ਬੰਬੇ ਵਾਲੇ ਨੇ, ਉਹਨਾਂ ਦੇ ਖੂਨ ਚੇਂਜ ਹੋ ਗਏ ਬਾਈ, ਉਹ ਬਸ ਇਕੱਲੇ ਨਾਂ ਦੇ ਹੀ ਨੇ। ਉਹ ਮੈਂ ਕੱਲ ਵੀ ਕਿਹਾ, ਚਲੋ ਬਾਕੀਆਂ ਨੂੰ ਤਾਂ ਨੇੜੇ ਤੇੜੇ ਮੋਦੀ ਲੱਗਣ ਨਹੀਂ ਦਿੰਦਾ ਹੋਣਾ। ਸਨੀ ਦਿਓਲ ਤਾਂ ਯਾਰ ਐਡਾ ਲੀਡਰ ਹੈ, ਐਡਾ ਉਹਦਾ ਕੱਦ ਹੈ ਕਿ ਇਹਨਾਂ ਦਾ ਮੋਦੀ ਨਾਲੋਂ ਵੀ ਵੱਡਾ ਸੀ ਨਾ। ਸਨੀ ਦਿਓਲ ਦਾ ਜਦ ਹਿੱਟ ਹੋ ਗਿਆ ਸੀ, ਜਦ ਮੋਦੀ ਹਿੱਟ ਵੀ ਨਹੀਂ ਸੀ। ਉਹ ਤਾਂ ਕਹਿ ਹੀ ਸਕਦਾ ਸੀ ਉਹਨੂੰ ਵੀ ਯਾਰ ਮੈਂ ਪੰਜਾਬ ਤੋਂ ਆਇਆ, ਮੈਂ ਪੰਜਾਬ ਦੇ ਲੋਕਾਂ ਨੂੰ ਜਾਣਦਾ, ਉੱਥੇ ਖੇਤੀ ਤੋਂ ਬਿਨਾਂ ਹੋਰ ਕੋਈ ਕੰਮ ਹੈ ਨਹੀਂ। ਇੱਕ ਵਾਰੀ ਵੀ ਪਿਓ ਦੇ ਪੁੱਤ ਨੇ ਹਾਂ ਦਾ ਨਾਰਾ ਨਹੀਂ ਮਾਰਿਆ। ਹਾਂ ਦਾ ਨਾਰਾ ਇੱਥੇ ਆ ਕੇ ਕੀ ਕਰਨਗੇ? ਸਾਡੀ ਖੇਤਾਂ 'ਚ ਜਾਨ ਵਸਦੀ ਹੈ, ਸਾਡੀ ਖੇਤਾਂ 'ਚ ਫਲਾਣਾ ਹੁੰਦੀ ਹੈ। ਸਭ ਪਖੰਡ ਨੇ। ਇਹ ਵਕਤ ਹੈ ਪਛਾਣਨ ਦਾ ਵੀ ਆਪਣਾ ਕੌਣ ਹੈ ਤੇ ਬਗਾਨਾ ਕੌਣ ਹੈ। ਦੂਜੀ ਗੱਲ ਇਹ ਹੈ, ਮੈਂ ਸਮਾਪਤੀ ਕਰੂੰਗਾ, ਇਸ ਮੋਰਚੇ ਨੂੰ ਸੰਨ ਨਾ ਲੱਗਣ ਦਿਓ। ਜੇ ਸ਼ਰਾਰਤੀ ਅੰਸਰ ਵੜ ਗਏ ਇਹਦੇ ਵਿੱਚ, ਫਿਰ ਆਪਦੇ ਪੱਲੇ ਕੁਝ ਨਹੀਂ ਪੈਣਾ। ਹਾਂ ਬਿਲਕੁਲ, ਅਮਰਤਮਾਨ ਸਾਡਾ ਭਰਾ ਬਹੁਤ, ਚਲੋ ਯਾਰ ਮੈਂ ਇਹ ਤਾਂ ਨਹੀਂ ਕਹੂੰਗਾ ਵੀ ਮੁਬਾਰਕ ਹੈ, ਕਿਉਂਕਿ ਇਹ ਕੋਈ ਖੁਸ਼ੀ ਦੀ ਗੱਲ ਤਾਂ ਹੈ ਨਹੀਂ। ਮੁਬਾਰਕ ਨਹੀਂ, ਇਹ ਸਾਡਾ ਨਿੱਜੀ ਫਰਜ਼ ਹੈ, ਤੁਹਾਡਾ ਵੀ ਫਰਜ਼ ਹੈ। ਤੇ ਜਦੋਂ ਤੱਕ ਇਹ ਲੜਾਈ ਚੱਲੂਗੀ,
ਹੋਰ ਨਹੀਂ ਸਾਨੂੰ ਕਿਸੇ ਦਾ ਪਤਾ। ਮੈਂ ਇੰਨੀ ਕੁ ਗਰੰਟੀ ਲੈ ਲੈਣਾ, ਸਾਡਾ ਬਹੁਤ ਪੁਰਾਣਾ ਪਿਆਰਾ, ਅਸੀਂ ਇਕੱਠਿਆਂ ਨੇ ਸ਼ੁਰੂ ਕੀਤਾ ਸੀ, ਅੜ ਕੇ ਲੜਾਈ ਲੜਾਂਗੇ। ਸਾਡੀ ਇੰਡਸਟਰੀ ਨਹੀਂ ਕਦੇ ਵੀ ਭੱਜੂਗੀ, ਸਾਡਾ ਪਰਿਵਾਰ ਹੈ, ਆਪਦੇ ਪਰਿਵਾਰ ਦਾ ਸਭ ਨੂੰ ਪਤਾ ਹੀ ਹੁੰਦਾ, ਅੜ ਕੇ ਤੁਹਾਡੇ ਨਾਲ ਖੜਾਂਗੇ। ਪਹਿਲੇ ਦਿਨ ਤੋਂ ਕਹਿਣਾ ਹੋਣਾ ਵੀ ਜਿੱਥੇ 4 ਬੰਦੇ ਨੇ ਉੱਥੇ 4 'ਚ ਬੁਲਾ ਲਿਓ, ਜਿੱਥੇ 1000 ਨੇ ਉੱਥੇ 1000 'ਚ ਬੁਲਾ ਲਿਓ। ਬਹੁਤ ਜਣੇ ਨੇ ਕਹਿਤਾ ਤਾਂ ਫਲਾਣਿਆਂ ਦਾ, ਇਹ ਤਾਂ ਫਲਾਣਿਆਂ ਦਾ, ਸਾਨੂੰ ਕੋਈ ਫਰਕ ਨਹੀਂ ਪੈਂਦਾ ਯਾਰ, ਠੀਕ ਹੈ ਕਹਿ ਲਓ, ਫਿਰ ਕੀ ਹੋ ਜਾਊਗਾ, ਸਾਡਾ ਮਸਲਾ ਹੱਲ ਕਰਾ ਦਿਓ, ਗੱਲ ਮੁੱਕੀ। ਅਸੀਂ ਤਾਂ ਆਪਦੇ, ਸਾਡੇ ਤਾਂ ਢੋਲਕੀ ਛੇਣੇ ਫਿਰ ਚੱਕ ਲਾਂਗੇ ਦੁਬਾਰੇ, ਅਸੀਂ ਕੀ ਲੈਣਾ ਇਹਨਾਂ ਚੀਜ਼ਾਂ ਤੋਂ। ਪਰ ਗੱਲ ਅੱਜ ਸਾਡੇ ਮੁੱਦਿਆਂ ਦੀ ਹੈ, ਇਹ ਸਿੱਧੇ ਤੌਰ ਤੇ ਡਾਕਾ। ਐਡੇ ਅਸੀਂ ਪਾਗਲ ਥੋੜੀਆਂ ਜਿੱਡੇ ਉਹਨਾਂ ਨੇ ਸਮਝ ਲਿਆ, ਜਿੰਨਾ ਉਹ ਸਮਝ ਲਿਆ ਵੀ ਕੋਈ ਨਹੀਂ, ਪੰਜਾਬ ਵਾਲਿਆਂ ਨੂੰ ਚਿੱਟੇ ਦੇ ਨਾਂ ਤੇ ਬਦਨਾਮ ਕਰਤਾ, ਇਹਨਾਂ ਨੇ ਕਿਹੜਾ ਵਿਦਰੋਹ ਕਰਨਾ, ਇਹਨਾਂ ਨੇ ਕਿਹੜਾ ਰੋਸ ਕਰਨਾ। ਫਿਰ ਦਿਖਾਤਾ ਨੇ ਕਿ ਨਹੀਂ, ਬੋਦੀ ਵਾਲਾ ਤਰ੍ਹਾਂ ਦਿਖਾਤਾ। ਉਹ ਵੀ ਠੀਕ ਆ, ਤੁਸੀਂ ਨਹੀਂ ਆਪਦੇ ਨੈਸ਼ਨਲ ਮੀਡੀਆ ਤੇ ਦਿਖਾਉਂਦੇ, ਉਹ ਗੱਲ ਵੱਖ ਹੈ, ਪਰ ਸੱਚ ਤਾਂ ਸੱਚ ਹੈ ਨਾ। ਮੋਦੀ ਨੂੰ ਨੀਂਦ ਨਹੀਂ ਆਈ ਰਾਤ ਨੂੰ, ਜਿੱਦੇ 25 ਤਰੀਕ ਨੂੰ ਇੱਥੇ ਪੂਰੇ ਪੰਜਾਬ 'ਚ ਪੰਜਾਬ ਬੰਦ ਦਾ ਧਰਨਾ ਦਿੱਤਾ ਸੀ। ਜੇ ਦੂਜੇ ਦਿਨ ਵੀ ਉੱਠ ਕੇ ਬੋਲਿਆ ਨਾ ਵੀ ਗੁੰਮਰਾਹ ਕਰ ਰਹੇ ਨੇ, ਤਾਂ ਤੁਸੀਂ ਇਹ ਸੋਚ ਲਓ ਵੀ ਉਹ ਬੌਂਦਲਿਆ ਹੋਇਆ ਵੀ ਹੱਲ ਕਿਵੇਂ ਨਾ ਕਰੀਏ। ਤੇ ਤੁਸੀਂ ਇਦਾਂ ਹੀ ਡਟੇ ਰਹੇ 2-4 ਦਿਨਾਂ ਦੇ ਵਿੱਚ ਸੁਨੇਹਾ ਆਉਣ ਵਾਲਾ ਉਧਰੋਂ, ਤਾਂ ਕਰਕੇ ਅਸੀਂ ਕਿਸਾਨ ਜਥੇਬੰਦੀਆਂ ਨੂੰ ਸਮਰਥਨ ਦਿੱਤਾ, ਕਿਉਂਕਿ ਸਾਡੀ ਗੱਲ ਹੈ ਜਿਹੜੀ ਅਸੀਂ ਨਹੀਂ ਕਰ ਸਕਦੇ, ਸਾਡਾ ਉਹ ਕਿੱਤਾ ਨਹੀਂ, ਗੱਲ ਰੱਖਣੀ ਆ ਉਹਨਾਂ ਨੇ। ਸੋ ਜਿੱਥੇ ਵੀ ਕਿਸਾਨ ਜਥੇਬੰਦੀਆਂ ਵੀਰੇ ਬੁਲਾਉਣਗੇ, ਅਸੀਂ ਆਪਣੀਆਂ ਸੋਸ਼ਲ ਸਾਈਟਾਂ ਦੀ ਥਾਵੇਂ ਜਾਂ ਤੁਹਾਨੂੰ ਆ ਕੇ ਧਰਨਿਆਂ 'ਚ ਦੱਸ ਦਾਂਗੇ, ਉੱਥੇ ਪਹੁੰਚਣਾ ਹੈ। ਕਿਤੇ ਇਹ ਨਾ ਹੋਵੇ ਵੀ ਕਲਾਕਾਰਾਂ ਦੇ ਇਕੱਠ 'ਚ ਪਹੁੰਚ ਗਏ ਤੇ ਕਿਸਾਨ ਯੂਨੀਅਨ ਦੇ ਇਕੱਠ 'ਚ ਪਹੁੰਚੇ ਨਾ, ਫਿਰ ਤਾਂ ਯਾਰ ਸ਼ਰਮ ਦੀ ਗੱਲ ਆ ਜੇ ਆਪਾਂ ਉਹਨਾਂ ਦੇ ਮੋਢੇ ਨਾਲ ਨਾ ਮੋਢਾ ਲਾ ਕੇ ਚੱਲੇ। ਸੋ ਇੰਨੀਆਂ ਕੁ ਗੱਲਾਂ ਕਰਦਾ ਹੋਇਆ ਬਾਈ ਮੈਂ ਤੁਹਾਡੇ ਤੋਂ ਆਗਿਆ ਲਊਂਗਾ। ਸੋ ਕੱਲ ਕਿਸਾਨ ਜਥੇਬੰਦੀਆਂ ਨਾਲ ਅਸੀਂ ਇੱਕ ਵਾਅਦਾ ਕਰਕੇ ਆਏ ਸੀ ਕਿ ਸਾਡੇ 'ਚ ਜੋਸ਼ ਹੈ, ਅਸੀਂ ਨੌਜਵਾਨਾਂ ਨੂੰ ਇਕੱਠਾ ਕਰ ਸਕਦੇ ਹਾਂ, ਪਰ ਅਸੀਂ ਵਧੀਆ ਤਰੀਕੇ ਨਾਲ, ਹੋ ਸਕਦਾ ਇੰਨੇ ਵਧੀਆ ਤਰੀਕੇ ਨਾਲ ਆਪਦੀ ਗੱਲ ਰੱਖ ਨਾ ਸਕਦੇ ਹੋਈਏ, ਕਿਉਂਕਿ ਇਹ ਸਾਡਾ ਕਿੱਤਾ ਨਹੀਂ, ਸਾਡਾ ਪ੍ਰੋਫੈਸ਼ਨ ਨਹੀਂ। ਤਾਂ ਕਰਕੇ ਤੁਸੀਂ ਸਾਡੇ ਨਾਲ ਇਹਨਾਂ ਮੁਜ਼ਾਹਰਿਆਂ ਤੇ ਚੱਲੋ। ਸੋ ਅੱਜ ਸਾਡੇ ਕਿਸਾਨ ਜਥੇਬੰਦੀ ਤੋਂ ਜਗਜੀਤ ਸਿੰਘ ਦੱਲੇਵਾਲ ਸਾਡੇ ਵਿਚਕਾਰ ਪਹੁੰਚੇ ਨੇ, ਉਹ ਪ੍ਰੋਪਰਲੀ ਤਰੀਕੇ ਨਾਲ ਤੁਹਾਨੂੰ ਇਹ ਮਾਰੂ ਬਿੱਲ ਜਿਹੜੇ ਸਾਡੇ ਤੇ ਥੋਪੇ ਗਏ ਨੇ ਉਹਨਾਂ ਦਾ ਨੁਕਸਾਨ ਦੱਸਣਗੇ। ਅਸੀਂ ਇਹ ਪਹਿਲ ਕੀਤੀ ਹੈ ਕਿਸਾਨ ਜਥੇਬੰਦੀਆਂ ਨਾਲ ਤੇ ਕਲਾਕਾਰ ਭਰਾਵਾਂ ਵੱਲੋਂ ਇੱਕ ਮੰਚ ਤੇ ਇਕੱਠੇ ਹੋ ਕੇ ਚੱਲਣ ਦੀ। ਸੋ ਤੁਸੀਂ ਇਸ ਦਾ ਸਮਰਥਨ ਕਰਨਾ, ਜਿਵੇਂ ਅਸੀਂ ਸਮਰਥਨ ਕੀਤਾ ਤੁਸੀਂ ਵੀ ਸਮਰਥਨ ਕਰਨਾ। ਬਾਈ ਜੀ ਉਹਨਾਂ ਦੀ ਗੱਲ ਨੂੰ ਬੜੇ ਗੌਰ ਨਾਲ ਸੁਣਨਾ। ਆਓ ਜੀ। परम सत्कारयोग मेरे बहुत ही प्यारे नौजवान साथियों, सब तो पहला तो मैं इन्हां मुंडियां दा तह दिलों धन्नवादी हाँ जिन्हां ने अज उस वेले आके तुहाडी बांह फड़ी है। मैं तुहाडी बांह इस करके कह रहा हैं कि ये जिंदगी मौत का सवाल है, ये ऑर्डीनेंस कोई खेड नहीं, किते ऐ ना समझ लो जे कि कोई पल दो पल की खेड है। ये प्यारे बच्चों तुहाडा भविख विगाड़न की खेड है, तुहाडी मौत के वारंटां ते साइन हो चुके हैं, जिस गल नूं लैके लड़ रहे हैं। तो मैं एक गल तुहानूं दस दियां, भुलेखा सब तो पहला मैं कढ़ दिया, क्योंकि बहुत सारिਆਂ ਦੇ मन च स्टार्टिंग च आए जे गल आउण लग पैंदी भी यूनीअन वाले आ गए तो खमणी ये सारे उहो जे होणगे। भुलेखा कढ़ लिओ, थोड़े जे दिन पहला जिद्दे आपां 15 तरीक नूं जाम लाया है, उस दिन 16 तरीक नूं प्रोग्राम सीगा कि लोक सभा दे विच इहदे ते बहस होनी है। प्रोग्राम दिता सीगा कि लोक सभा दा जाके घिराओ करना है, उहदा विरोध करना है, उत्थे जाके नारे लाउणे आ। ते प्यारिओ सानू दिल्ली दी पुलिस बार बार, क्योंकि दास ते जिम्मेवारी स्टेट दी है, साडे नंबर उन्हां कोले हुंदे है, बार बार ये कह रहे थे जी इत्थे 44 लगी है, इत्थे ये है, इत्थे वो है, परचे दर्ज होणगे, कार्रवाइयां होणगियां। लेकिन दोस्तों साडे घरे भी तुहाडे वर्गे निक्के निक्के जम्मे हैं, सानू पता है कि तुहाडी जिंदगी तुसी जिउंदे तां रहना है जे असीं तुहाडे मूहरे लग के मरन लई तैयार होवांगे तां तुसी जिउंदे रहोगे। जेकर असीं साडे जिहड़े बाप आ, जिहड़े दादे हैं, जे असीं मरण तो पिछा वट गए तो मेरा ख्याल है साडी आउण वाली जनरेशन, साडी नस्ल, साडी पीढ़ी जिउंदी नहीं रह सकती। ये गल दा सानू तसल्ली हो चुकी है, क्योंकि जिहड़े फैसले आ रहे हैं, जिहड़े कानून आ रहे हैं, उन्हां दा फिर असीं विरोध करन दे लई बिना किसी गल दी झिझक तो दिल्ली दे विच पहुंचे हैं। उत्थे असीं गिरफ्तारियां होईयां, साडे ते परचे पए है, नैशनल डिजास्टर वर्गे परचे पए है,
ਲੇਕਿਨ ਕੋਈ ਪਰਵਾਹ ਨਹੀਂ ਪਿਆਰਿਓ, ਜੇਲ੍ਹ ਜਾਣਾ ਜਾਵਾਂਗੇ, ਲਾਠੀਆਂ ਖਾਣੀਆਂ ਖਾਵਾਂਗੇ। ਤੁਸੀਂ ਇੱਕ ਐ ਨਾ ਸਮਝੋ ਜੇ ਕਿ ਮੈਂ ਕੋਈ ਹਾਂ ਤੇ ਤੁਸੀਂ ਖਮਣੀ ਕਿਹਦੇ ਕਿਹਦੇ ਧੀਆਂ ਪੁੱਤਾਂ, ਨਹੀਂ, ਤੁਸੀਂ ਸਾਰੇ ਸਾਡੇ ਬੱਚੇ ਆ, ਸਾਡੇ ਧੀਆਂ ਪੁੱਤਾਂ ਹੈ। ਤੁਹਾਡੇ ਤੋਂ ਪਹਿਲਾਂ ਅਗਰ ਮਰਨ ਦੀ ਗੱਲ ਆਏਗੀ ਤਾਂ ਮੇਰੀ ਮੌਤ ਹੋਏਗੀ। ਫਿਰ ਮੇਰੀ ਹੱਥ ਬੰਨ ਕੇ ਬੇਨਤੀ ਆ, ਫਿਰ ਨਾ ਪਿੱਛੇ ਨੂੰ ਅੱਗੇ ਨੂੰ ਪਿੱਛਾ ਵੇਖਿਓ, ਫਿਰ ਸਾਰਾ ਪੰਜਾਬ ਇੱਕ ਥਾਂ ਤੇ ਪਲੇਟਫਾਰਮ ਤੇ ਖੜਾ ਨਜ਼ਰ ਆਵੇ। ਮੇਰੇ ਦੋਸਤੋ, ਮੇਰੇ ਪਿਆਰੇ ਬੱਚਿਓ, ਇਹ ਗੱਲ ਮੈਂ ਕਿਉਂ ਕਹੀ ਹੈ? ਅਸੀਂ ਇੱਥੋਂ ਤੱਕ ਗੱਲ ਸਾਨੂੰ ਪਹੁੰਚੀ ਨਜ਼ਰ ਆ ਰਹੀ ਹੈ। ਆਹ ਸਟੇਜ ਆ ਜਿਹੜੀ ਤੁਹਾਡੀ ਇਹਨਾਂ ਮੁੰਡਿਆਂ ਨੇ ਅਰੇਂਜ ਕੀਤੀ ਹੈ, ਮੈਂ ਤਹਿ ਦਿਲੋਂ ਧੰਨਵਾਦੀ ਹਾਂ ਇਹਨਾਂ ਨੌਜਵਾਨਾਂ ਦਾ, ਜਿਨ੍ਹਾਂ ਨੇ ਆ ਕੱਲ ਸਾਡੀ ਮੀਟਿੰਗ ਦੇ ਵਿੱਚ ਆ ਕੇ ਸਾਡੇ ਨਾਲ ਇਹ ਗੱਲ ਕਹੀ ਕਿ ਬਾਪੂ ਜੀ ਅਸੀਂ ਤੁਹਾਡੇ ਨਾਲ ਹਾਂ, ਅਸੀਂ ਨੌਜਵਾਨਾਂ ਨੂੰ ਇਕੱਠੇ ਕਰ ਸਕਦੇ ਹਾਂ।